ਝੂਲਾ ਬੈਠਾ ਕੇਲ ਕਰਿੰਦੇ ਹੰਝਨੋ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿਤ ਨਾ ਚਿਤੇ ਸਨ ਜੋ ਮਨ ਚਿਤ ਨਾ ਚਿਤੇ ਸਨ ਸੋ ਗਾਲੀ ਰੱਬ ਕੀਆਂ। ਪਰ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਹਜ਼ੂਰੀ ਅੰਦਰ ਸਾਡੇ ਅਤੀ ਸਤਿਕਾਰਯੋਗ ਸਰਦਾਰ ਪਰਮਿੰਦਰ ਸਿੰਘ ਸੈਣੀ ਜੀ ਕਾਕੇ ਭਾਜੀ, ਜਿਨ੍ਹਾਂ ਦੀ ਅੱਜ ਅੰਤਮ ਅਰਦਾਸ ਵਿੱਚ ਆਪ ਸਾਰੇ ਹੀ ਉਹਨਾਂ ਨੂੰ ਆਪੋ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਗੁਰੂ ਚਰਨਾਂ 'ਚ ਜੁੜ ਬੈਠੇ ਹੋ। ਆਓ ਜਿੱਥੇ ਆਪ ਜੀ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ, ਬੜੇ ਪਿਆਰ ਸਤਿਕਾਰ ਦੇ ਨਾਲ ਕੁਝ ਸਮਾਂ ਵਿਚਾਰਾਂ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਆਓ ਸਭ ਤੋਂ ਪਹਿਲਾਂ ਜਿੰਨੇ ਵੀ ਤੁਸੀਂ ਸਾਰੇ ਆਏ ਹੋ, ਉਸ ਵਿਛੜੀ ਜੀਵ ਆਤਮਾ ਵਾਸਤੇ ਆਪਾਂ ਕੀ ਕਰ ਸਕਦੇ ਹਾਂ। ਗੁਰੂ ਚਰਨਾਂ ਦਾ ਧਿਆਨ ਧਰੋ, ਚੌਂਕੜੇ ਲਾਓ, ਚੰਦ ਕੁ ਮਿੰਟ ਉਸ ਅਕਾਲ ਪੁਰਖ ਪਰਮਾਤਮਾ ਦੀ ਯਾਦ ਵਿੱਚ ਜੁੜੀਏ ਅਤੇ ਅਰਦਾਸ ਕਰੀਏ, ਹੇ ਸੱਚੇ ਪਾਤਸ਼ਾਹ, ਉਸ ਵਿਛੜੀ ਜੀਵ ਆਤਮਾ ਨੂੰ ਸਦਾ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ ਤੇ ਪਿੱਛੇ ਸੈਣੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ। ਮਹਾਰਾਜ ਕਰੋ ਕਿਰਪਾ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਜਪੋ ਵਾਹਿਗੁਰੂ 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 जिस शब्द का ज्ञानी जी हुणे कीर्तन कर रहे सी, बाबा फरीद साहब जी की बाणी विचों, शेख फरीद जी की बाणी विचों, आओ उस श्लोक के नाल आपां सांझ पाउण दा यतन करिए। ये पावन श्लोक नंबर 99 ते बाबा फरीद जी कृपा करते हैं, कहन लगे तुसी अक्सर कई बारी देखिया होना कि अपने जीवन के विच जो असीं देखते हैं
ਤੇ ਤਕਰੀਬਨ ਜਿੰਨੇ ਵੀ ਗੁਰਬਾਣੀ ਦੇ ਰਾਈਟਰ ਹੋਏ ਨੇ ਉਹਨਾਂ ਨੇ ਸਾਨੂੰ ਉਦਾਹਰਨਾਂ ਵੀ ਸਾਡੇ ਜੀਵਨ ਵਿੱਚੋਂ ਦੇ ਕੇ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਬਾ ਫਰੀਦ ਜੀ ਆਖਦੇ ਨੇ, ਕਹਿਣ ਲੱਗੇ, ਕਦੇ ਦੇਖਿਓ ਦਰਿਆ ਦੇ ਕਿਨਾਰੇ, ਕਿਸੇ ਲੇਕ ਦੇ ਕਿਨਾਰੇ, ਕਿਸੇ ਨਦੀ ਦੇ ਕਿਨਾਰੇ ਤੁਹਾਨੂੰ ਬਗਲਾ ਬੈਠਾ ਹੋਇਆ ਨਜ਼ਰ ਆਏਗਾ ਤੇ ਬਗਲੇ ਦੀ ਖੁਰਾਕ ਹੈ ਮੱਛੀ ਖਾਣਾ, ਡੱਡੀਆਂ ਖਾਣਾ। ਤਾਂ ਬਾਬਾ ਫਰੀਦ ਜੀ ਕਹਿਣ ਲੱਗੇ, ਕਹਿੰਦੇ ਮੱਛੀ ਮੂੰਹ 'ਚ ਪਾਈ ਹੈ, ਖਾਂਦਾ ਵੀ ਨਹੀਂ ਹੈ, ਕਦੇ ਤਾਲ ਨੂੰ ਸੁੱਟਦਾ ਹੈ, ਕਦੇ ਥੱਲੇ ਸੁੱਟਦਾ ਹੈ, ਮੱਛੀ ਦੇ ਨਾਲ ਖੇਡਾਂ ਖੇਡਦਾ ਹੈ, ਕਲੋਲਾਂ ਕਰਦਾ ਹੈ, ਜਿਹਨੂੰ ਪੰਜਾਬੀ 'ਚ ਆਪਾਂ ਕਹਿ ਦਿੰਦੇ ਕਲੋਲਾਂ ਕਰਨੀਆਂ। ਤੇ ਬਾਬਾ ਫਰੀਦ ਜੀ ਵੀ ਕਹਿੰਦੇ ਨੇ, ਫਰੀਦਾ ਦਰਿਆਵੇ ਕੰਨੈ, ਦਰਿਆ ਦੇ ਕੰਨੈ ਮੀਨਸ ਉਹਦਾ ਕਿਨਾਰਾ, ਬਗਲਾ ਬੈਠਾ ਕੇਲ ਕਰੇ, ਕੇਲ ਮੀਨਸ ਉਹ ਪਲੇ ਕਰ ਰਿਹਾ ਹੈ, ਉਹਦੇ ਨਾਲ ਕਲੋਲਾਂ ਕਰ ਰਿਹਾ ਹੈ। ਪਰ ਕਹਿੰਦੇ ਕਲੋਲਾਂ ਕਰਦੇ ਨੂੰ ਇੰਨੇ ਨੂੰ ਹੁੰਦਾ ਕੀ ਹੈ, ਉੱਪਰ ਅਸਮਾਨ ਦੇ ਵਿੱਚ ਉਸ ਬਗਲੇ ਤੋਂ ਵੀ ਤਗੜਾ ਜਾਨਵਰ ਇੱਕ ਬਾਜ ਘੁੰਮ ਰਿਹਾ ਆਪਣੇ ਸ਼ਿਕਾਰ ਦੇ ਵਾਸਤੇ, ਤੇ ਜਿਹੜਾ ਉਹ ਬਾਜ ਹੈ ਜਦੋਂ ਬਗਲੇ ਨੂੰ ਦੇਖਦਾ ਤੇ ਝਪਟ ਮਾਰ ਕੇ ਆਪਣਾ ਭੋਜਨ, ਆਪਣੀ ਖੁਰਾਕ ਬਣਾ ਲੈਂਦਾ, ਤੇ ਕਹਿੰਦੇ ਬਗਲੇ ਦੀਆਂ ਕਲੋਲਾਂ ਤੇ ਉਹਦੀਆਂ ਖੇਡਾਂ ਸਾਰੀਆਂ ਫਿਨਿਸ਼ ਹੋ ਜਾਂਦੀਆਂ ਨੇ। ਇੰਨ ਬਿਨ ਇਸੇ ਤਰ੍ਹਾਂ ਬਾਬਾ ਫਰੀਦ ਜੀ ਕਹਿੰਦੇ ਆ ਸੰਸਾਰ ਬਗਲੇ ਦੀ ਨਿਆਈ ਹੈ, ਤੇ ਜਿੰਨੇ ਜੀਵ ਨੇ ਮਾਇਆ ਦੇ ਨਾਲ ਪਲੇ ਕਰ ਰਹੇ ਨੇ, ਮਾਇਆ ਦੇ ਵਿੱਚ ਕਲੋਲਾਂ ਕਰ ਰਹੇ ਨੇ, ਮਾਇਆ ਦੇ ਵਿੱਚ ਖੇਡਾਂ ਖੇਡ ਰਹੇ ਨੇ, ਮਸਤ ਹੈ। ਬੜਾ ਪਿਆਰਾ ਗੁਰੂ ਪਾਤਸ਼ਾਹ ਦਾ ਸ਼ਬਦ ਹੈ। ਸਾਹਿਬ ਜੀ ਕਹਿਣ ਲੱਗੇ, ਮਨੁੱਖ ਨੇ ਖਾਣਾ ਵੀ ਯਾਦ ਰੱਖਿਆ ਹੈ, ਪੀਣਾ ਵੀ ਯਾਦ ਰੱਖਿਆ ਹੈ, ਹੱਸਣਾ ਵੀ ਯਾਦ ਰੱਖਿਆ ਹੈ, ਸੌਣਾ ਵੀ ਯਾਦ ਰੱਖਿਆ ਹੈ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਦੋਂ ਬੱਚਾ ਜਨਮ ਲੈਂਦਾ ਹੈ, ਜਨਮ ਤੋਂ ਬਾਅਦ ਜਿਵੇਂ ਜਿਵੇਂ ਮੈਚਿਓਰ ਹੁੰਦਾ ਹੈ, ਇਹਦੇ ਤੇ ਜ਼ਿੰਮੇਵਾਰੀਆਂ ਆਣ ਪੈਂਦੀਆਂ ਨੇ, ਤਾਂ ਉਸ ਵੇਲੇ ਬੰਦਾ ਹਰ ਚੀਜ਼ ਦੀ ਐਕਸਪੈਕਟ ਕਰਦਾ ਹੈ, ਘਰ ਦੀ ਕਰਦਾ ਹੈ, ਬਿਜ਼ਨਸ ਦੀ ਕਰਦਾ ਹੈ, ਕਾਰੋਬਾਰ ਦੀ ਕਰਦਾ ਹੈ, ਸੈੱਟ ਹੋਣ ਦੀ ਕਰਦਾ ਹੈ, ਸੋਹਣੀਆਂ ਗੱਡੀਆਂ ਦੀ ਕਰਦਾ ਹੈ, ਹਰ ਇੱਕ ਸ਼ੈ ਦੀ ਉਮੀਦ ਕਰਦਾ ਹੈ। ਪਰ ਜ਼ਿੰਦਗੀ ਦੇ ਅਖੀਰਲੇ ਦਮ ਤੱਕ ਜੇ ਨਹੀਂ ਉਮੀਦ ਕਰਦਾ, ਤਾਂ ਬਾਦਸ਼ਾਹ ਕਹਿੰਦੇ ਇੱਕ ਚੀਜ਼ ਹੈ, ਮਰਦੇ ਦਮ ਤੱਕ ਕੋਈ ਵੀ ਦੁਨੀਆ ਦਾ ਇਨਸਾਨ ਉਹਦੀ ਉਮੀਦ ਨਹੀਂ ਕਰਦਾ। ਪਰ ਉਹ ਗਰੀਬ ਹੋਵੇ, ਅਮੀਰ ਹੋਵੇ, ਕਾਲਾ ਹੋਵੇ, ਗੋਰਾ ਹੋਵੇ, ਪੜ੍ਹਿਆ ਹੋਵੇ, ਅਨਪੜ੍ਹ ਹੋਵੇ, ਹਰ ਇੱਕ ਦੇ ਘਰ ਦੇ ਦਰਵਾਜ਼ੇ ਆਣ ਖੜਕਾਉਂਦੀ ਹੈ। ਉਹ ਕੀ ਹੈ, ਕਦੇ ਕਿਸੇ ਨੇ ਉਮੀਦ ਨਹੀਂ ਕੀਤੀ ਹੁੰਦੀ। ਉਹ ਅਨਐਕਸਪੈਕਟਡ ਚੀਜ਼ ਹੈ, ਜਿਸ ਨੂੰ ਆਖਦੇ ਆ ਡੈਥ ਹੈ, ਮੌਤ ਹੈ। ਉਹ ਹਰ ਘਰ ਦਾ ਆਣ ਦਰਵਾਜ਼ਾ ਖੜਕਾਉਂਦੀ ਹੈ। ਕੋਈ ਕਹਿ ਸਕਦਾ ਮੈਂ ਇਹਦੀ ਉਮੀਦ ਕੀਤੀ ਸੀ? ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਰਤਾਰਪੁਰ ਦੀ ਧਰਤੀ ਤੇ, ਜਿਹੜਾ ਅੱਜ ਪਾਕਿਸਤਾਨ ਦੇ ਵਿੱਚ ਖੇਤੀ ਕਰ ਰਹੇ ਹੈ, ਮੱਝੀਆਂ ਚਾਰ ਰਹੇ ਹੈ, ਇੱਕ 12 ਸਾਲ ਦਾ ਗੱਭਰੂ ਇਸ ਬਾਬੇ ਨਾਨਕ ਨੂੰ ਆ ਕੇ ਇੱਕ ਗੱਲ ਪੁੱਛਦਾ ਹੈ। ਕਹਿਣ ਲੱਗਾ, ਬਾਬਾ ਮੈਨੂੰ ਇਉਂ ਦੱਸ, ਮੈਨੂੰ ਮੌਤ ਤੋਂ ਬੜਾ ਖਫਾ, ਮੌਤ ਤੋਂ ਡਰ ਲੱਗਦਾ ਹੈ। ਤੇ ਅੱਗੋਂ ਬਜ਼ੁਰਗ ਬਾਬਾ, ਉਮਰਾਂ ਵਾਲਿਆਂ ਨੂੰ ਕਦੇ ਮੌਤ ਯਾਦ ਨਹੀਂ, ਤੇਰੇ ਤੇ ਖੇਡਣ ਦੇ ਦਿਨ ਹੈ, ਤੇਰੀ ਤੇ ਜਵਾਨੀ ਭਰ ਵਿੱਚ ਤੂੰ ਮੌਤ ਦੀਆਂ ਗੱਲਾਂ ਕਰਦਾ ਹੈ। ਇਹ ਕਹਿਣ ਲੱਗਾ, ਬਾਬਾ ਮੈਂ ਕੱਲ ਬੜੇ ਗੌਰ ਨਾਲ ਵੇਖਿਆ, ਮੇਰੀ ਮਾਂ ਜਦੋਂ ਖਾਣਾ ਬਣਾਉਣ ਵਾਸਤੇ ਚੁੱਲ੍ਹੇ 'ਚ ਅੱਗ ਬਾਲ ਰਹੀ ਸੀ ਨਾ, ਉਹਨੇ ਮੋਟੀਆਂ ਮੋਟੀਆਂ ਲੱਕੜਾਂ ਲਾਈਆਂ, ਅੱਗ ਨਹੀਂ ਬਲੀ। ਫਿਰ ਮੇਰੀ ਮਾਂ ਨੇ ਛੋਟੇ ਛੋਟੇ ਤੀਲੇ ਇਕੱਠੇ ਕੀਤੇ, ਨਿੱਕੀਆਂ ਨਿੱਕੀਆਂ ਲੱਕੜਾਂ ਇਕੱਠੀਆਂ ਕਰਕੇ ਵੱਡੀਆਂ ਲੱਕੜਾਂ ਦੇ ਥੱਲੇ ਜਦੋਂ ਲਾ ਕੇ ਚਵਾਤੀ ਲਾਈ, ਝੱਟ ਦੇਣੀ ਅੱਗ ਬਲ ਗਈ। ਤੇ ਬਾਬਾ ਕਹਿਣ ਲੱਗਾ, ਤੇਰਾ ਨਾਂ ਕੀ ਹੈ? ਕਹਿੰਦਾ, ਜੀ ਮੇਰਾ ਨਾਂ ਬੂੜਾ ਹੈ।
ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੇਰਾ ਨਾਂ ਬੂੜਾ ਨਹੀਂ, ਤੂੰ ਇੰਨੀਆਂ ਸਿਆਣੀਆਂ ਗੱਲਾਂ ਕਰਦਾ, ਤੇਰਾ ਨਾਂ ਤੇ ਬੁੱਢਾ ਹੈ, ਜਿਹਨੂੰ ਅੱਜ ਵੀ ਜਗਤ ਯਾਦ ਕਰਦਾ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। 125 ਸਾਲ ਜਿਸ ਬਾਬੇ ਦੀ ਉਮਰ ਤੇ 12 ਸਾਲ ਦੀ ਉਮਰ ਵਿੱਚ ਮੌਤ ਦੀਆਂ ਗੱਲਾਂ ਕਰਦਾ, ਲਗਭਗ 112-13 ਸਾਲ ਦੂਰ ਖੜੀ ਮੌਤ ਵੀ ਇਸ ਗੱਭਰੂ ਨੂੰ ਨਜ਼ਰ ਆ ਰਹੀ ਹੈ। 112-13 ਸਾਲ ਦੂਰ ਖੜੀ ਮੌਤ ਇਸ ਗੱਭਰੂ ਨੌਜਵਾਨ ਬੂੜੇ ਨੂੰ ਯਾਦ ਆ ਰਹੀ ਹੈ। ਬਾਬਾ ਕਹਿੰਦਾ ਤੂੰ ਬੂੜਾ ਨਹੀਂ ਬੁੱਢਾ, ਤੈਨੂੰ ਮੌਤ ਯਾਦ ਹੈ। ਦੁਨੀਆ ਖਾਣਾ ਪੀਣਾ ਹੱਸਣਾ ਸੌਣਾ, ਬਾਬੇ ਦੇ ਸ਼ਬਦ ਹੈ, ਖਾਣਾ ਪੀਣਾ ਹੱਸਣਾ ਸੌਣਾ, ਇਹ ਸਭ ਕੁਝ ਯਾਦ ਹੈ, ਪਰ ਕੀ ਹੈ? ਬਾਬਾ ਕਹਿੰਦਾ ਵਿਸਰ ਗਿਆ ਹੈ ਮਰਨਾ। ਕਹਿਣ ਲੱਗੇ ਮੌਤ ਨੂੰ ਭੁਲਾਈ ਬੈਠਾ, ਮੌਤ ਕਿਸੇ ਨੂੰ ਯਾਦ ਨਹੀਂ ਹੈ। ਤੇ ਬਾਬਾ ਫਰੀਦ ਜੀ ਕਹਿੰਦੇ ਇਸੇ ਤਰ੍ਹਾਂ ਆ ਜੱਗ ਇੱਕ ਬਗਲੇ ਦੀ ਨਿਆਈ ਹੈ, ਕਲੋਲਾਂ ਕਰ ਰਿਹਾ ਹੈ, ਪਰ ਇੱਕ ਦਿਨ ਜਦੋਂ ਉਹ ਫਰਿਸ਼ਤਾ ਰੂਪੀ ਹੰਸ ਇਹਨੂੰ ਝਪਟ ਲੈਂਦਾ ਏ, ਇਹਦੀਆਂ ਕਲੋਲਾਂ ਤੇ ਇਹਦੀਆਂ ਖੇਡਾਂ ਖਤਮ ਹੋ ਜਾਂਦੀਆਂ ਨੇ। ਕੇਲ ਕਰੇਂਦੇ ਹੰਝ ਨੂੰ ਆ ਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ। ਰੱਬ ਕੀਆਂ ਪਰਮਾਤਮਾ ਨੇ ਉਹ ਗੱਲਾਂ ਕਰ ਦਿੱਤੀਆਂ ਜਿਹੜੀਆਂ ਮਨੁੱਖ ਦੇ ਯਾਦਦਾਸ਼ਤ ਵਿੱਚ ਵੀ ਨਹੀਂ ਸੀ, ਜਿਹੜੀਆਂ ਕਦੇ ਇਹਦੀ ਯਾਦ ਵਿੱਚ ਨਹੀਂ ਸੀ। ਇੱਕ ਨੌਜਵਾਨ ਸੱਜਣ ਜਿਹੜਾ ਕਿਸੇ ਫਕੀਰ ਦੇ ਬੜਾ ਕਲੋਜ਼ ਸੀ, ਉਹਦੀ ਲਾਈਫ ਨੂੰ ਚੰਗੀ ਤਰ੍ਹਾਂ ਜਾਣਦਾ, ਤੇ ਇੱਕ ਦਿਨ ਉਹਨੂੰ ਸਵਾਲ ਕਰਕੇ ਪੁੱਛਦਾ, ਕਹਿਣ ਲੱਗਾ ਫਕੀਰਾ ਮੈਨੂੰ ਇੱਕ ਗੱਲ ਦੱਸ, ਮੈਂ ਤੈਨੂੰ ਕਦੇ ਨਹੀਂ ਵੇਖਿਆ ਤੂੰ ਕਿਸੇ ਦੀ ਨਿੰਦਿਆ ਕੀਤੀ ਹੋਵੇ, ਕਿਸੇ ਨੂੰ ਮਾੜਾ ਬੋਲਿਆ ਹੋਵੇ, ਕਿਸੇ ਦਾ ਵੀ ਮਾੜਾ ਕੀਤਾ ਹੋਵੇ, ਇਹਦੇ ਪਿੱਛੇ ਕਾਰਨ ਕੀ ਹੈ? ਉਹ ਫਕੀਰ ਕਹਿਣ ਲੱਗਾ ਮੈਂ ਤੇਰੇ ਸਵਾਲ ਦਾ ਜਵਾਬ ਤੈਨੂੰ ਅੱਜ ਨਹੀਂ ਦੇ ਸਕਦਾ, ਸਮੇਂ ਦੀ ਵੇਟ ਕਰ, ਮੈਂ ਤੇਰੇ ਸਵਾਲ ਦਾ ਤੈਨੂੰ ਜਵਾਬ ਦਿਆਂਗਾ। ਬਾਕੀ ਇਹ ਫਕੀਰ ਦੀ ਜਿਹੜੀ ਲਾਈਫ, ਇਹਦਾ ਜੀਵਨ ਬੜਾ ਪਵਿੱਤਰ ਸੀ, ਔਰ ਐਸੀਆਂ ਰੂਹਾਂ ਵਿਰਲੀਆਂ ਹੁੰਦੀਆਂ ਨੇ ਜਿਹੜੀਆਂ ਰੂਹਾਂ ਕਿਸੇ ਦੇ ਬਾਰੇ ਮਾੜਾ ਨਹੀਂ ਸੋਚਦੀਆਂ, ਚੰਗਾ ਹੀ ਸੋਚਦੀਆਂ ਨੇ, ਭਲਾ ਹੀ ਸੋਚਦੀਆਂ ਨੇ। ਖੈਰ ਉਹਨਾਂ ਰੂਹਾਂ ਦੇ ਵਿੱਚੋਂ ਇਹਦੇ ਵਿੱਚ ਕੋਈ ਅੱਤ ਕਥਨੀ ਨਹੀਂ। ਇੱਕ ਆ ਰੂਹ ਹੈ ਜਿਹੜੀ ਅੱਜ ਸਾਡੇ ਵਿੱਚ ਨਹੀਂ ਰਹੀ, ਜਿਹਨੂੰ ਅੱਜ ਕਾਲੇ ਦੀ ਜ਼ਬਾਨ ਤੇ ਵੀ ਹੈ, ਉਹ ਵੀ ਕਾਕੇ ਕਾਕੇ ਕਹਿ ਕੇ ਉਹਨੂੰ ਯਾਦ ਕਰ ਰਿਹਾ ਹੈ। ਥੋੜੇ ਕੁ ਟਾਈਮ ਦਾ ਮਿਲਾਪ ਹੋਇਆ, ਥੋੜੇ ਟਾਈਮ ਦੇ ਵਿੱਚ ਉਹਨਾਂ ਦੇ ਵਿਚਾਰਾਂ ਤੋਂ ਜਾਣੂ ਹੋਏ, ਹਰ ਇੱਕ ਦੇ ਬਾਰੇ ਇੰਨਾ ਚੰਗਾ ਸੋਚਣ ਵਾਲੇ। ਤੇ ਭੈਣ ਜੀ ਦੱਸ ਰਹੇ ਸੀ, ਭੈਣ ਜੀ ਰਜਿੰਦਰ ਕੌਰ ਜੀ ਕਹਿਣ ਲੱਗੇ ਅੱਜ ਵੀ ਤੁਸੀਂ ਘਰ ਵਿੱਚ ਵੇਖੋ 15-20 ਕਾਲਿਆਂ ਦੇ ਪਾਸਪੋਰਟ ਅੱਜ ਵੀ ਪਏ ਹੋਣਗੇ ਕਿ ਜਿਨ੍ਹਾਂ ਨੂੰ ਹੈਲਪ ਦੀ ਲੋੜ ਸੀ, ਮਦਦ ਦੀ ਲੋੜ ਸੀ, ਜਿਹੜੇ ਵੇਟਿੰਗ ਦੇ ਵਿੱਚ ਸੀ, ਤੁਹਾਡੀ ਜ਼ਰੂਰ ਮਦਦ ਕੀਤੀ ਜਾਵੇਗੀ। ਕਹਿੰਦੇ ਇਸੇ ਤਰ੍ਹਾਂ ਇੱਕ ਕਾਲਾ ਘਰ ਵਿੱਚ ਆਇਆ, ਉਹਨੇ ਆ ਕੇ ਹੱਥ ਜੋੜੇ ਕਹਿਣ ਲੱਗਾ ਭਾਜੀ ਮੈਂ ਸੁਣਿਆ ਤੁਸੀਂ ਲੋੜਵੰਦਾਂ ਦੀ ਮਦਦ ਕਰਦੇ ਹੋ, ਮੇਰੀ ਮਦਦ ਕਰੋ, ਮੈਨੂੰ ਫਾਈਨੈਂਸ਼ਲੀ ਹੈਲਪ ਚਾਹੀਦੀ ਹੈ, ਮੈਂ ਪੜ੍ਹਾਈ ਵਿੱਚ ਹੁਸ਼ਿਆਰ ਹਾਂ, ਵੈਲ ਐਜੂਕੇਟਡ ਹਾਂ, ਮੈਂ ਪਾਇਲਟ ਬਣਨਾ ਚਾਹੁੰਦਾ, ਮੇਰੇ ਕੋਲ ਪੈਸਾ ਨਹੀਂ ਹੈ। ਤਾਂ ਭੈਣ ਜੀ ਕਹਿੰਦੇ ਭਾਜੀ ਕਹਿਣ ਲੱਗੇ ਤੂੰ ਕੱਲ ਆਵੀਂ। ਅਗਲੇ ਦਿਨ ਆਪਣੇ ਡਾਕੂਮੈਂਟ ਲੈ ਕੇ ਆਇਆ, ਦਿਖਾਇਆ ਸਾਰਾ ਕੁਝ। ਕਹਿੰਦੇ ਝੱਟ 80,000 ਸ਼ਿਲਿੰਗ ਦਾ ਚੈੱਕ ਕੱਟ ਦਿੱਤਾ। ਅੱਜ ਵੀ ਉਹ ਕਾਲਾ ਬੈਠਾ ਕਮੈਂਟ ਕਰ ਰਿਹਾ ਹੈ, ਕਹਿਣ ਲੱਗਾ ਜੇ ਅੱਜ ਮੈਂ ਕੀਨੀਆ ਤੋਂ ਯੂਕੇ ਦੀ ਫਲਾਈਟ ਲੈ ਕੇ ਜਾਣਾ ਤੇ ਆਹ ਕਾਲਾ ਸਿੰਘ ਕਾਕੇ ਹੈ ਜਿਹਦੀ ਬਦੌਲਤ ਮੈਂ ਅੱਜ ਫਲਾਈਟ ਲੈ ਕੇ ਜਾਣਾ। ਨਾਮ ਕਿਹਦਾ ਉੱਚਾ ਕੀਤਾ? ਤੁਹਾਡਾ ਨਾਮ ਉੱਚਾ ਕੀਤਾ, ਸਿੰਘਾਂ ਦਾ ਉੱਚਾ ਕੀਤਾ, ਜਿਨ੍ਹਾਂ ਨੂੰ ਇੱਥੇ ਕਾਲੇ ਸਿੰਘ ਆਖਦੇ, ਤੁਹਾਡਾ ਨਾਮ ਸੁਣਾਇਆ ਉਸ ਬੰਦੇ ਨੇ। ਅਰਜ਼ ਕਰ ਰਿਹਾ ਸੀ ਐਸੀਆਂ ਪਵਿੱਤਰ ਰੂਹਾਂ ਹੁੰਦੀਆਂ ਨੇ ਵਿਰਲੀਆਂ। ਤਾਂ ਨੌਜਵਾਨ ਕਹਿਣ ਲੱਗਾ ਫਕੀਰਾ ਤੇਰਾ ਜੀਵਨ ਬੜਾ ਪਵਿੱਤਰ ਹੈ, ਕਾਰਨ ਕੀ ਹੈ? ਕਹਿਣ ਲੱਗਾ ਸਮੇਂ ਦੀ ਵੇਟ ਕਰ, ਮੈਂ ਤੈਨੂੰ ਇਹਦਾ ਜਵਾਬ ਦਿਆਂਗਾ। ਇਹ ਨਿਤਾ ਪ੍ਰਤੀ ਰੋਜ਼ ਫਕੀਰ ਦੇ ਜੀਵਨ ਨੂੰ ਦੇਖਦਾ ਵੀ ਸ਼ਾਇਦ ਕਦੇ ਇਹ ਕੋਈ ਗੁਨਾਹ ਕਰੇ, ਕਿਸੇ ਨੂੰ ਮਾੜਾ ਬੋਲੇ, ਕਿਸੇ ਦਾ ਮਾੜਾ ਕਰੇ, ਤੇ ਮੈਂ ਕਹਿ ਸਕਾਂ ਫਕੀਰਾ ਨਹੀਂ, ਮੈਨੂੰ ਭੁਲੇਖਾ ਸੀ ਤੇਰੇ ਜੀਵਨ ਪਵਿੱਤਰ ਬਾਰੇ, ਤੂੰ ਵੀ ਸਾਡੇ ਵਰਗਾ ਹੀ ਹੈ, ਤੂੰ ਵੀ ਗੁਨਾਹ ਕਰਦਾ ਹੈ, ਤੂੰ ਵੀ ਮਾੜਾ ਸੋਚਦਾ ਲੋਕਾਂ ਦਾ। ਪਰ ਇਹੋ ਜਿਹਾ ਸਮਾਂ ਇਹਨੂੰ ਨਾ ਮਿਲਿਆ। ਤਾਂ ਹੋਇਆ ਕਿ 6 ਮਹੀਨੇ ਦਾ ਵਕਤ ਗੁਜ਼ਰਿਆ ਤੇ ਫਿਰ ਉਹੀ ਸਵਾਲ ਰਿਪੀਟ ਕੀਤਾ ਤੇ ਫਕੀਰ ਅੱਗੋਂ ਕਹਿਣ ਲੱਗਾ, 6 ਮਹੀਨੇ ਹੋ ਗਏ, 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 6 ਮਹੀਨੇ ਹੋ ਗਏ
ਕਹਿਣ ਲੱਗਾ ਅੱਜ ਮੈਂ ਤੇਰੇ ਜੀਵਨ ਬਾਰੇ ਤੈਨੂੰ ਇੱਕ ਗੱਲ ਦੱਸਣੀ, ਤੂੰ ਮੇਰੇ ਜੀਵਨ ਦੀਆਂ ਗੱਲਾਂ ਛੱਡ, ਅਜੇ ਇਹਨੂੰ ਪੈਂਡਿੰਗ ਰਹਿਣ ਦੇ, ਅੱਜ ਮੈਂ ਤੇਰੇ ਜੀਵਨ ਦੀ ਗੱਲ ਕਰਨੀ ਹੈ। ਕਹਿਣ ਲੱਗਾ ਦੱਸ ਮੇਰੇ ਜੀਵਨ ਦੀ ਕੀ ਗੱਲ ਹੈ, ਮੇਰੀ ਜ਼ਿੰਦਗੀ ਦੀ ਕੀ ਗੱਲ ਹੈ। ਕਹਿਣ ਲੱਗਾ ਅੱਜ ਸੂਰਜ ਚੜ੍ਹਿਆ ਹੈ ਤੇ ਕੱਲ ਜਿਵੇਂ ਹੀ ਸੂਰਜ ਚੜ੍ਹੇਗਾ, ਸੂਰਜ ਦੀ ਪਹਿਲੀ ਕਿਰਨ ਦੇ ਨਾਲ ਨਾਲ ਤੇਰੇ ਸਵਾਸ ਖਤਮ ਹੋ ਜਾਣਗੇ, ਤੇਰੀ ਮੌਤ ਹੋ ਜਾਵੇਗੀ। 24 ਘੰਟੇ ਤੇਰੇ ਕੋਲ ਬਾਕੀ ਹੈ, ਜਾਂ ਤੂੰ ਜੋ ਕਰਨਾ ਕਰ ਸਕਦਾ ਹੈ। ਜਦੋਂ ਇਸ ਨੌਜਵਾਨ ਨੇ ਇਹ ਗੱਲ ਸੁਣੀ, ਇੱਕਦਮ ਘਬਰਾ ਗਿਆ, ਘਬਰਾਇਆ ਹੋਇਆ ਘਰ ਨੂੰ ਭੱਜਿਆ, ਦੌੜਿਆ, ਘਰ ਵਿੱਚ ਜਾ ਕੇ ਸਭ ਨੂੰ ਦੱਸਿਆ ਕਿ ਮੇਰੇ ਕੋਲ 24 ਘੰਟੇ ਬਾਕੀ ਹੈ, ਆਫਟਰ 20 ਆਵਰਸ ਮੇਰੀ ਮੌਤ ਹੋ ਜਾਣੀ ਹੈ। ਬੜੇ ਸੱਜਣ ਮਿੱਤਰ ਹੋਰ ਇਕੱਠੇ ਹੋਏ, ਖਾਣਾ ਪਾਣੀ ਭੁੱਲ ਗਿਆ, ਸਭ ਕੁਝ ਭੁੱਲ ਗਿਆ। ਸੱਚ ਹੈ, ਜਦੋਂ ਮੌਤ ਸਾਹਮਣੇ ਦਿਸਦੀ ਹੋਵੇ ਬੰਦੇ ਨੂੰ ਸਾਰਾ ਕੁਝ ਭੁੱਲ ਜਾਂਦਾ ਹੈ। ਇਹ ਬੰਦੇ ਦੇ ਮਨ ਦਾ ਭੁਲੇਖਾ ਹੈ। ਖਾਸ ਕਰਕੇ ਬੰਦਾ ਦੋ ਪਾਵਰ ਤੇ ਬਹੁਤ ਬਲੀਵ ਕਰਦਾ, ਇੱਕ ਮੈਨ ਪਾਵਰ ਤੇ ਇੱਕ ਮਨੀ ਪਾਵਰ। ਕਈ ਵਾਰੀ ਤੁਸੀਂ ਸੁਣਿਆ ਹੋਣਾ, ਬੰਦਾ ਕਹਿੰਦਾ ਮੇਰੇ ਕੋਲ ਬੰਦੇ ਬਹੁਤ ਨੇ, ਮੈਂ ਆਹ ਵੀ ਚੀਜ਼ ਲੈ ਸਕਦਾ, ਮੈਂ ਆਹ ਕਰ ਸਕਦਾ, ਮੈਂ ਉਹ ਕਰ ਸਕਦਾ, ਮੈਂ ਬੰਦੇ ਤੱਕ ਖਰੀਦ ਸਕਦਾ। ਮਨੀ ਪਾਵਰ ਤੇ ਵੀ ਆਖਦਾ ਮੇਰੇ ਕੋਲ ਬੜਾ ਕੁਛ ਹੈ, ਮੈਂ ਹਰ ਦੁਨੀਆ ਦੀ ਸੁੱਖ ਸਹੂਲਤ, ਦੁਨੀਆ ਦੀ ਹਰ ਸ਼ੈ ਖਰੀਦ ਸਕਦਾ। ਪਰ ਜਿਸ ਦਿਨ ਮੌਤ ਆਉਂਦੀ, ਸੱਚ ਜਾਣਿਓ, ਨਾ ਮੈਨ ਪਾਵਰ ਕੰਮ ਆਉਂਦੀ ਤੇ ਨਾ ਮਨੀ ਪਾਵਰ ਕੰਮ ਆਉਂਦੀ ਹੈ। ਦੋਵੇਂ ਹੀ ਚੀਜ਼ਾਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਨੇ। ਨਾ ਉਸ ਦਿਨ ਮੈਨ ਪਾਵਰ ਦੀ ਜੇ ਗੱਲ ਕਰੀਏ ਤਾਂ ਬਾਬਾ ਫਰੀਦ ਜੀ ਬੜਾ ਸੋਹਣਾ ਆਖਦੇ ਨੇ, ਨਾਲ ਨਾਲ ਸ਼ਬਦ ਨੂੰ ਲੈ ਕੇ ਚੱਲੀਏ। ਕਹਿਣ ਲੱਗੇ ਜੋ ਮਨ ਚਿੱਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਅਗਲੇ ਸ਼ਬਦ ਵਿੱਚ ਆਖਦੇ ਸ਼ਲੋਕ ਵਿੱਚ 3.5 ਮਣ ਦੇਹੋ ਵੀ ਚੱਲੈ ਪਾਣੀ ਅੰਨ। ਕਹਿਣ ਲੱਗੇ ਆ 3.5 ਮਣ ਦੀ ਮਨੁੱਖ ਦੀ ਦੇਹੀ ਜਿਹੜੀ ਅੰਨ ਪਾਣੀ ਦੇ ਨਾਲ ਟਰੈਵਲ ਕਰ ਰਹੀ ਹੈ, ਚੱਲ ਰਹੀ ਹੈ। ਆਇਓ ਬੰਦਾ ਦੁਨੀ ਵਿੱਚ ਵੱਧ ਅਸੂਣੀ ਬਨ, ਲੰਮੀਆਂ ਆਸਾਂ ਬੰਨ ਕੇ ਸੰਸਾਰ ਤੇ ਆਇਆ। ਪਰ ਕਹਿੰਦੇ ਜਿਸ ਦਿਨ ਮਲਕਲ ਮੌਤ ਜਾਂ ਆਵਸੀ, ਸਭ ਦਰਵਾਜ਼ੇ ਭੰਨ। ਬੰਦੇ ਦੇ ਸਾਰੇ ਦਰਵਾਜ਼ੇ ਹੈ, ਮੈਨ ਪਾਵਰ ਦਾ ਦਰਵਾਜ਼ਾ ਹੈ। ਬਾਬਾ ਜੀ ਕਹਿੰਦੇ ਇੱਕ ਦਰਵਾਜ਼ਾ ਨਹੀਂ, ਕਹਿੰਦੇ ਸਭ ਦਰਵਾਜ਼ੇ ਭੰਨ। ਕਿੰਨੇ ਕੁ ਦਰਵਾਜ਼ੇ ਨੇ? ਮਨੀ ਪਾਵਰ ਵੀ ਇਹਦਾ ਦਰਵਾਜ਼ਾ ਹੈ, ਮੈਨ ਪਾਵਰ ਵੀ ਇਹਦੀ ਦਰਵਾਜ਼ੇ ਹੈ। ਪਰ ਜਿਸ ਦਿਨ ਮੌਤ ਆਉਂਦੀ ਹੈ, ਸੱਚ ਜਾਣਿਓ ਇਹ ਸਾਰੇ ਦਰਵਾਜ਼ੇ ਟੁੱਟ ਜਾਂਦੇ ਨੇ, ਸਾਰੇ ਦਰਵਾਜ਼ੇ ਭੰਨ ਕੇ ਮੌਤ ਅੰਦਰ ਆਣ ਵੜਦੀ ਹੈ। ਤਾਂ ਇਹ ਨੌਜਵਾਨ ਘਬਰਾਇਆ, ਕਹਿੰਦਾ ਮੇਰੇ ਕੋਲ 24 ਘੰਟੇ ਦਾ ਸਮਾਂ ਮੈਨੂੰ ਮਿਲਿਆ ਸੀ, ਉਹਦੇ ਵਿੱਚੋਂ ਵੀ ਸਮਾਂ ਨਿਕਲਦਾ ਜਾ ਰਿਹਾ। ਖੈਰ ਸਮਾਂ ਬਿਲਕੁਲ ਉਹ ਨੇੜੇ ਆ ਗਿਆ। ਰਾਤ ਸਾਰੀ ਨੀਂਦ ਨਹੀਂ ਆਈ। ਅਗਲਾ ਦਿਨ ਹੋਇਆ, ਸਵੇਰੇ ਉੱਠਿਆ, ਟਾਈਮ ਦੇਖਦਾ, ਕਹਿਣ ਲੱਗਾ ਮੇਰੇ ਕੋਲ 2 ਘੰਟੇ ਬਾਕੀ ਨੇ, ਬਸ ਮੈਂ ਤੁਰ ਜਾਣਾ ਹੈ। ਸਮਾਂ ਗੁਜ਼ਰਦਾ ਗਿਆ, ਕਹਿਣ ਲੱਗਾ 1 ਘੰਟਾ ਮੇਰੇ ਕੋਲ ਬਾਕੀ ਰਹਿ ਗਿਆ, ਬਸ ਮੈਂ ਤੁਰ ਜਾਣਾ ਹੈ। ਇੰਨੇ ਨੂੰ ਕੀ ਹੋਇਆ, ਜਿਹੜੇ ਫਕੀਰ ਸੱਜਣ ਨੇ ਕਿਹਾ ਸੀ ਕਿ ਤੇਰੇ ਕੋਲ 24 ਘੰਟੇ ਜ਼ਿੰਦਗੀ ਦੇ ਬਾਕੀ ਨੇ, ਆਣ ਦਰਵਾਜ਼ਾ ਖੜਕਾਇਆ। ਕਹਿਣ ਲੱਗਾ ਹਾਂ ਵੀ ਸੱਜਣਾ ਦੱਸ ਕੀ ਹਾਲ ਹੈ ਤੇਰਾ, ਕਿਵੇਂ ਜ਼ਿੰਦਗੀ ਚੱਲਦੀ ਹੈ। ਕਹਿਣ ਲੱਗਾ ਫਕੀਰਾ ਹਾਲ ਪੁੱਛਦਾ, 24 ਘੰਟੇ ਬਾਕੀ ਤੂੰ ਕਿਹਾ ਸੀ, ਜਿਹਦੇ ਵਿੱਚੋਂ 1 ਘੰਟਾ ਬਾਕੀ ਰਹਿ ਗਿਆ ਹੈ। ਕਹਿਣ ਲੱਗਾ ਮੈਂ ਤੇਰੇ ਸਵਾਲ ਦਾ ਜਵਾਬ ਦੇਣ ਆਇਆ। ਤੂੰ ਕਦੇ ਮੈਨੂੰ ਸਵਾਲ ਕੀਤਾ ਸੀ ਤੇਰਾ ਜੀਵਨ ਏਡਾ ਪਵਿੱਤਰ ਕਿਵੇਂ ਹੈ? ਕਹਿਣ ਲੱਗਾ ਫਕੀਰਾ ਤੈਨੂੰ ਸਵਾਲਾਂ ਦੀ ਪਈ ਹੈ, ਤੈਨੂੰ ਜਵਾਬਾਂ ਦੀ ਪਈ ਹੈ। ਮੇਰੇ ਕੋਲ 1 ਘੰਟਾ ਬਾਕੀ ਹੈ, ਮੈਨੂੰ ਕਿਸੇ ਸਵਾਲ ਦੇ ਜਵਾਬ ਦੀ ਲੋੜ ਨਹੀਂ ਹੈ। ਫਕੀਰ ਕਹਿਣ ਲੱਗਾ ਨਹੀਂ ਏਡਾ ਕਾਹਲਾ ਨਾ ਪੈ, ਮੈਨੂੰ ਇਉਂ ਦੱਸ, ਮੈਂ ਤੈਨੂੰ ਹੁਣ ਤੋਂ 24 ਘੰਟੇ 23 ਘੰਟੇ ਪਹਿਲਾਂ ਦੱਸਿਆ ਸੀ ਤੇਰੀ ਮੌਤ ਹੋ ਜਾਣੀ। ਇੰਨੇ ਟਾਈਮ ਪੀਰੀਅਡ ਦੇ ਦੌਰਾਨ ਤੂੰ ਕਿੰਨੇ ਲੋਕਾਂ ਦਾ ਮਾੜਾ ਕੀਤਾ ਹੈ? ਉਹ ਨੌਜਵਾਨ ਕਹਿਣ ਲੱਗਾ ਫਕੀਰਾ ਤੂੰ ਪੁੱਛਦਾ ਮਾੜਾ ਕੀਤਾ? ਮੈਂ ਤੇ ਪਹਿਲਾਂ ਵੀ ਜਿਨ੍ਹਾਂ ਦਾ ਮਾੜਾ ਕੀਤਾ ਸੀ, ਮੈਂ ਤੇ ਜਲਦੀ ਜਲਦੀ ਉਹਨਾਂ ਦੇ ਘਰਾਂ ਵਿੱਚ ਭੱਜ ਕੇ ਜਾ ਕੇ ਹੱਥ ਜੋੜ ਕੇ ਮਾਫੀਆਂ ਮੰਗ ਕੇ ਆਇਆ ਕਿ ਮੇਰੇ ਕੋਲ 24 ਘੰਟੇ ਦਾ ਸਮਾਂ ਬਾਕੀ ਹੈ, ਜੇ ਕੋਈ ਗੁਨਾਹ ਹੋ ਗਿਆ ਤੇ ਮੈਨੂੰ ਮਾਫ ਕਰ ਦਿਓ। ਕਿੰਨੇ ਕੁ ਲੋਕਾਂ ਦਾ ਹੱਕ ਮਾਰਿਆ 24 ਘੰਟਿਆਂ ਦੇ ਵਿੱਚ। ਕਹਿੰਦਾ ਤੂੰ ਹੱਕ ਦੀ ਗੱਲ ਕਰਨਾ, ਮੈਂ ਤਾਂ ਜਿਹਦੇ ਕੋਲੋਂ ਲੈਣੇ ਵੀ ਸੀ ਉਹਨੂੰ ਵੀ ਕਹਿ ਦਿੱਤਾ ਸੱਜਣਾ ਤੂੰ ਰੱਖ, ਮੇਰੇ ਕੋਲੋਂ ਕੋਈ ਗੁਨਾਹ ਹੋਇਆ ਹੋਵੇ ਤੇ ਮੈਂ ਮਾਫੀ ਮੰਗਦਾ। ਕਹਿਣ
ਕਹਿਣ ਲੱਗਾ ਬਸ ਆਹੀ ਤੇਰੇ ਸਵਾਲ ਦਾ ਜਵਾਬ ਹੈ। ਤੈਨੂੰ 24 ਘੰਟੇ ਦੂਰ ਖੜੀ ਮੌਤ ਨਜ਼ਰ ਆਈ, ਤੂੰ ਕਿਸੇ ਨਾਲ ਮਾੜਾ ਵਿਵਹਾਰ ਨਹੀਂ ਕੀਤਾ, ਤੂੰ ਕਿਸੇ ਨਾਲ ਇਹੋ ਜਿਹਾ ਬਿਹੇਵ ਨਹੀਂ ਕੀਤਾ ਜਿਹਦੇ ਤੋਂ ਕਿਸੇ ਦਾ ਦਿਲ ਦੁਖੇ, ਤੂੰ ਕਿਸੇ ਦਾ ਪੈਸਾ ਨਹੀਂ ਚੁਰਾਇਆ, ਕਿਸੇ ਨੂੰ ਮੰਦਾ ਨਹੀਂ ਬੋਲਿਆ, ਤੂੰ 24 ਘੰਟਿਆਂ ਵਿੱਚ ਲੋਕਾਂ ਨੂੰ ਰੱਜ ਕੇ ਪਿਆਰ ਵੰਡਿਆ। ਉਹ ਕਮਲਿਆ ਤੈਨੂੰ ਸਿਰਫ 24 ਘੰਟੇ ਖੜੀ ਦੂਰ ਮੌਤ ਨਜ਼ਰ ਆਈ, ਤੂੰ ਕਿਸੇ ਦਾ ਮਾੜਾ ਨਹੀਂ ਕੀਤਾ, ਸਾਰਿਆਂ ਨੂੰ ਪਿਆਰ ਕੀਤਾ। ਤੇ ਮੈਂ ਤੇ ਹਰ ਵੇਲੇ ਮੌਤ ਨੂੰ ਅੰਗ ਸੰਗ ਸਮਝਦਾ, ਮੈਂ ਕਿਵੇਂ ਕਿਸੇ ਦਾ ਮਾੜਾ ਕਰਾਂਗਾ। ਕਹਿਣ ਲੱਗਾ ਮੈਂ ਤੈਨੂੰ ਝੂਠ ਬੋਲਿਆ ਸੀ, ਤੇਰੇ ਨਾਲ ਮਜ਼ਾਕ ਕੀਤਾ ਸੀ, ਕੋਈ ਤੇਰੀ ਅਜੇ ਮੌਤ ਨਹੀਂ ਹੋਣ ਲੱਗੀ, ਬਸ ਮੈਂ ਤੇਰੇ ਸਵਾਲ ਦਾ ਤੈਨੂੰ ਜਵਾਬ ਦੇਣਾ ਸੀ। ਲੋਕਾਂ ਨੂੰ 24 ਮਿੰਟ ਨਹੀਂ ਪਤਾ ਚੱਲਦਾ, 24 ਸਕਿੰਟ ਪਹਿਲਾਂ ਪਤਾ ਨਹੀਂ ਚੱਲਦਾ, ਤੈਨੂੰ ਫਿਰ ਵੀ 24 ਘੰਟੇ ਪਤਾ ਚੱਲਿਆ ਤੇ ਤੇਰਾ ਜੀਵਨ ਏਡਾ ਪਵਿੱਤਰ ਹੋ ਗਿਆ। ਜੇ ਤੂੰ ਮੌਤ ਨੂੰ ਵਾਕਈ ਅੰਗ ਸੰਗ ਸਮਝੇ ਤੇ ਸੱਚ ਜਾਣ ਕਿ ਤੇਰਾ ਜੀਵਨ ਸਦਾ ਵਾਸਤੇ ਪਵਿੱਤਰ ਹੋ ਜਾਵੇ। ਬਾਬਾ ਫਰੀਦ ਜੀ ਕਹਿਣ ਲੱਗੇ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਮੈਨ ਪਾਵਰ, ਬੰਦਾ ਕਹਿੰਦਾ ਮੇਰੇ ਭਰਾ ਹੈ, ਮੇਰੇ ਏਡਾ ਵੱਡਾ ਪਰਿਵਾਰ ਹੈ, ਮੇਰੇ ਇੰਨੇ ਵਰਕਰ ਹੈ, ਮੇਰੀ ਉੱਥੋਂ ਤੱਕ ਪਹੁੰਚ ਹੈ, ਇੱਥੋਂ ਤੱਕ ਪਹੁੰਚ ਹੈ, ਪਰ ਹੁੰਦਾ ਕੀ ਹੈ। ਕਹਿਣ ਲੱਗੇ ਕਮਲਿਆ ਜਿਸ ਮੈਨ ਪਾਵਰ ਤੇ ਤੂੰ ਬਲੀਵ ਕਰਦਾ ਹੈ ਨਾ, ਜਿਸ ਦਿਨ ਚੰਦਰੀ ਮੌਤ ਨੇ ਤੇਰੇ ਘਰ ਦੇ ਆੜ ਦਰਵਾਜ਼ੇ ਭੰਨੇ, ਉਸ ਦਿਨ ਤੈਨੂੰ ਕਿਸੇ ਨੇ ਹੋਰ ਨਹੀਂ ਚੁੱਕਣਾ, ਬਲਕਿ ਤਿੰਨਾਂ ਪਿਆਰਿਆਂ ਭਾਈਆਂ ਉਸੇ ਮੈਨ ਪਾਵਰ ਨੇ ਤੈਨੂੰ ਮੋਢਿਆਂ ਤੇ ਚੱਕ ਕੇ ਲੈ ਜਾਣਾ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ, ਬਾਬਾ ਫਰੀਦ ਆਖਦੇ ਓ ਦੁਨੀਆ ਦੇ ਲੋਕੋ ਵੇਖੋ ਆ ਜਾ ਰਿਹਾ ਮੈਨ ਪਾਵਰ ਵਾਲਾ। ਵੇਖੋ ਬੰਦਾ ਚੱਲਿਆ, 4 ਜਣਿਆਂ ਦਾ ਕੰਨ, ਕੰਨ ਮੀਨਸ ਕੰਧਾ। ਕਹਿਣ ਲੱਗੇ ਜਿਨ੍ਹਾਂ ਤੇ ਤੂੰ ਮਾਣ ਕਰਦਾ ਹੈ ਇਹੀ ਤੈਨੂੰ ਚੱਕ ਕੇ ਉੱਥੇ ਲੈ ਕੇ ਜਾਣਗੇ, 4 ਜਣਿਆਂ ਦੇ ਕੰਨ। ਪਰ ਅਖੀਰ ਤੇ ਤੱਤ ਕੱਢਦੇ ਨੇ ਸ਼ੇਖ ਫਰੀਦ ਜੀ। ਕਹਿਣ ਲੱਗੇ ਘਬਰਾ ਨਾ, ਮੌਤ ਤੋਂ ਏਡਾ ਵੀ ਨਿਰਾਸ਼ ਨਾ ਹੋ। ਜੇ ਤੈਨੂੰ ਜ਼ਿੰਦਗੀ ਦਾ ਆਨੰਦ ਮਾਣਨਾ ਆਇਆ ਹੈ ਨਾ, ਬਸ ਮੌਤ ਦਾ ਵੀ ਆਨੰਦ ਮਾਣ। ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਦਾ, ਦੇਖੋ ਇੱਕ ਬੱਚੀ ਮਾਪਿਆਂ ਦੇ ਘਰ ਜਨਮ ਲੈਂਦੀ ਹੈ, ਮਾਪਿਆਂ ਦੀ ਗੋਦ ਵਿੱਚ ਖੇਡਦੀ ਹੈ, ਵੱਡੀ ਹੁੰਦੀ ਹੈ। ਜਿਸ ਦਿਨ ਉਹ ਮੈਚਿਓਰ ਹੋ ਜਾਂਦੀ ਹੈ 18 ਸਾਲ ਤੋਂ ਉੱਪਰ, ਉਸ ਤੋਂ ਬਾਅਦ 20, 22, 25 ਸਾਲਾਂ 'ਚ ਉਹਦੀ ਸ਼ਾਦੀ ਹੋ ਜਾਂਦੀ ਹੈ। ਉਹਨੇ ਆਪਣੇ ਆਪ ਨੂੰ ਪ੍ਰਪੇਅਰ ਕੀਤਾ ਹੈ ਕਿ ਮਣਾ ਜਿਸ ਘਰ ਤੂੰ ਜਨਮ ਲਿਆ ਇਹ ਘਰ ਤੇਰਾ ਨਹੀਂ ਹੈ, ਇੱਕ ਦਿਨ ਤੈਨੂੰ ਇਹ ਘਰ ਛੱਡਣਾ ਪੈਣਾ ਹੈ। ਉਹ ਬਹੁਤੀ ਦੁਖੀ ਨਹੀਂ ਹੁੰਦੀ ਕਿਉਂਕਿ ਉਹਨੇ ਆਪਣੇ ਆਪ ਨੂੰ ਪ੍ਰਪੇਅਰ ਕੀਤਾ ਹੈ। ਫਿਰ ਉਹਨੇ ਇੱਥੋਂ ਤੱਕ ਬੱਚੀ ਨੇ ਆਪਣੇ ਆਪ ਨੂੰ ਪ੍ਰਪੇਅਰ ਕੀਤਾ ਹੈ, ਵਿਆਹ ਤੋਂ ਫਿਰ 9-10 ਮਹੀਨਿਆਂ ਬਾਅਦ ਫਿਰ ਜਾ ਕੇ ਮੈਂ ਇੱਕ ਦੁਬਾਰਾ ਮੇਰਾ ਜਨਮ ਹੋਣਾ। ਜਦੋਂ ਮੈਂ ਆਪਣੀ ਕੁੱਖ ਦੇ ਵਿੱਚੋਂ ਕਿਸੇ ਬੱਚੇ ਨੂੰ ਜਨਮ ਦੇਣਾ ਤੇ ਮੇਰਾ ਦੂਸਰਾ ਜਨਮ ਹੋਣਾ, ਮੈਂ ਉਹ ਪੀੜਾ ਤੇ ਤੰਗੀਆਂ ਉਹ ਸਹਿਣੀਆਂ ਨੇ। ਉਹਨੇ ਆਪਣੇ ਆਪ ਨੂੰ ਪ੍ਰਪੇਅਰ ਕੀਤਾ। ਔਰ ਸੱਚ ਜਾਣੋ, ਜੇ ਆਪਾਂ ਵੀ ਆਪਣੇ ਆਪ ਨੂੰ ਪ੍ਰਪੇਅਰ ਕਰ ਲਈਏ ਤੇ ਮੌਤ ਦਾ ਕੋਈ ਖੌਫ ਨਹੀਂ ਹੈ, ਡਰ ਨਹੀਂ ਹੈ। ਠੀਕ ਹੈ, ਜਿੰਨੀ ਗੁਜ਼ਰ ਗਈ ਚੰਗੇ ਕੰਮ ਕਰਕੇ, ਧਰਮ ਦੇ ਕੰਮ ਕਰਕੇ, ਭਲਾਈ ਦੇ ਕੰਮ ਕਰਕੇ, ਮਾਲਕਾ ਜਿੰਨੀ ਤੂੰ ਦਿੱਤੀ ਸੀ ਤੇਰਾ ਸ਼ੁਕਰ ਹੈ। ਬਸ ਜੇ ਤੂੰ ਆਵਾਜ਼ ਮਾਰਨੀ, ਕਿਉਂਕਿ ਜਿਸ ਕੀ ਬਸਤ ਸੋਈ ਲੈ ਜਾਏਗਾ ਰੋਸ ਕਿਸੇ ਸੇ ਕੀਜੈ। ਇਹ ਤੇ ਜਿਹਦੀ ਵਸਤੂ ਹੈ ਪਿਆਰਿਓ, ਉਹਨੇ ਇੱਕ ਦਿਨ ਲੈ ਜਾਣੀ ਹੈ। ਜੇ ਉਹਨੇ ਜਨਮ ਦਿੱਤਾ ਤੇ ਇੱਕ ਦਿਨ ਚੀਜ਼ ਸਾਡੇ ਕੋਲੋਂ ਜਾਣੀ ਵੀ ਹੈ। ਅਖੀਰਲੀ ਪੰਕਤੀ ਵਿੱਚ ਸ਼ੇਖ ਫਰੀਦ ਜੀ ਕਹਿੰਦੇ ਨੇ, ਫਰੀਦਾ ਅਮਲ 'ਚ ਕੀਤੇ ਧੁਨੀ ਵਿੱਚ ਦਰਗਾਹ ਆਏ ਕੰਮ। ਹੈ ਸ਼ੇਖ ਫਰੀਦ, ਅਸਲ ਵਿੱਚ ਦਰਗਾਹ ਵਿੱਚ ਤੇਰੇ ਨਾਲ ਟਰੈਵਲ ਕਿਹੜੀ ਚੀਜ਼ ਨੇ ਕਰਨਾ ਹੈ। ਜਿੱਥੇ ਜਹਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਤੇਰੇ ਇੱਥੇ ਭਲਾਈ ਦੇ ਕੰਮ ਕੀਤੇ, ਚੰਗੇ ਕੰਮ ਕੀਤੇ, ਇਹਨਾਂ ਨੇ ਤੇਰੀ ਰੂਹ ਦਾ ਸਾਥ ਦੇਣਾ, ਹੋਰ ਕਿਸੇ ਨੇ ਸਾਥ ਨਹੀਂ ਦੇਣਾ। ਫਰੀਦਾ ਅਮਰ ਜੇ ਕੀਤੇ ਧੁਨੀ ਵਿੱਚ ਦਰਗਾਹ ਆਏ ਕੰਮ। ਇਸ ਕਰਕੇ ਚੰਗੇ ਕਰਮ ਕਮਾਈਏ, ਕਿਸੇ ਦਾ ਮਾੜਾ ਨਾ ਕਰੀਏ, ਜਿੰਨਾ ਹੋ ਸਕੇ ਕਿਸੇ ਦੀ ਮਦਦ ਕਰੀਏ, ਕਿਸੇ ਦਾ ਭਲਾ ਕਰੀਏ। ਕਿਉਂਕਿ ਸਾਡੇ ਤੇ ਬੋਲ ਹੀ ਅਰਦਾਸ ਵਿੱਚ ਇਹੀ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਸਾਡੀ ਜਿਹੜੀ ਪ੍ਰੈਜ਼ੈਂਟ ਲਾਈਫ ਇੰਨੀ ਸੋਹਣੀ ਹੋ ਜਾਵੇਗੀ। ਤੇ ਸੱਚ ਹੈ, ਇਹਨਾਂ ਚੀਜ਼ਾਂ ਨੇ ਹੀ ਸਾਡੀ ਜਿੰਦ ਦਾ ਸਾਥੀ ਬਣਨਾ ਹੈ। ਗੁਰੂ ਕਿਰਪਾ ਕਰੇ ਇਹਦੀਆਂ ਗਿਣਤੀਆਂ ਪ੍ਰਵਾਨ ਕਰਨੀਆਂ।
ਆਪ ਜਿੰਨੇ ਵੀ ਆਏ ਹੋ ਸਭਨਾਂ ਦਾ ਧੰਨਵਾਦ। ਸਰਦਾਰ ਪਰਮਿੰਦਰ ਸਿੰਘ ਜੀ ਸੈਣੀ ਜਿਨ੍ਹਾਂ ਨੇ ਲੰਬਾ ਸਮਾਂ ਇਹ ਸਭਾ ਦੇ ਵਿੱਚ ਵੀ ਸੇਵਾਵਾਂ ਨਿਭਾਈਆਂ ਨੇ, ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਸੀ, ਇੱਥੋਂ ਦੇ ਲੋਕਾਂ ਦੇ ਹਰਮਨ ਪਿਆਰੇ ਸੀ। ਗੁਰੂ ਕਿਰਪਾ ਕਰੇ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਆਓ ਪਿਛਲੇ ਦਿਨਾਂ ਤੋਂ ਜੋ ਸੈਣੀ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਆਰੰਭ ਹੋਏ ਸਨ, ਆਓ ਗਿਆਨੀ ਜੀ ਹੋਰਾਂ ਪਾਸੋਂ ਭੋਗ ਦੇ ਸਲੋਕ ਪਿਆਰ ਨਾਲ ਸਰਵਣ ਕਰੀਏ ਜੀ। ਮੇਰੇ ਕੋਲੋਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ, ਭੁੱਲਾਂ ਨਾਲ ਚਿਤਾਰਦੇ ਹੋਏ ਅਦਬ ਸਹਿਤ ਫਤਿਹ ਬੁਲਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ